ਇੱਥੇ ਯੂਜ਼ਰ ਹੈ ਤੁਹਾਡਾ, ਠੀਕ ਹੈ, ਆਹ ਤੁਹਾਡਾ ਸਰਵਰ ਹੈ ਤੇ ਜਿਹਨੂੰ ਆਪਾਂ ਸਰਵਰ ਮਤਲਬ ਕਿ ਤੁਹਾਡਾ ਕੰਪਿਊਟਰ ਹੀ ਹੁੰਦਾ ਜਿਹਦੇ ਥਰੂ ਤੁਸੀਂ ਆਪਣਾ ਵੈਬਸਾਈਟਸ ਜਾਂ ਕੁਝ ਫਾਈਲਸ ਨੂੰ ਜਾਂ ਇਨਫੋਰਮੇਸ਼ਨ ਨੂੰ ਅਸੈਸ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੇ ਡਾਇਰੈਕਟਲੀ ਤੁਸੀਂ ਇਹਦੇ ਤੱਕ ਨਹੀਂ ਜਾ ਸਕਦੇ, ਉਹਦੇ ਲਈ ਤੁਹਾਨੂੰ ਉਹਨਾਂ ਨੇ ਇੱਕ WW ਨਾਮ ਦਾ ਸੈਂਟਰ 'ਚ ਇੱਕ ਫਰੇਮਵਰਕ ਦੇ ਦਿੱਤਾ ਜਿਹਦੇ ਥਰੂ ਤੁਸੀਂ ਅਸੈਸ ਕਰ ਸਕਦੇ ਹੋ ਡਿਫਰੈਂਟ ਫਾਈਲਸ ਨੂੰ। ਹੁਣ ਜਿਨ੍ਹਾਂ ਫਾਈਲਸ ਨੂੰ ਤੁਸੀਂ ਵੈਬ ਸਰਵਰ ਦੇ ਉੱਤੇ ਅਸੈਸ ਕਰਦੇ ਹੋ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਵੈਬ ਪੇਜਿਸ, ਠੀਕ ਹੈ। ਇਹਨਾਂ ਵੈਬ ਪੇਜਿਸ ਦੇ ਕਲੈਕਸ਼ਨ ਨੂੰ ਆਪਾਂ ਕਹਿ ਦਿੰਦੇ ਹਾਂ ਵੈਬਸਾਈਟ। ਜਦੋਂ ਵੈਬ ਪੇਜ ਬਹੁਤੇ ਵੈਬ ਪੇਜ ਇਕੱਠੇ ਹੋ ਜਾਣ ਉਹਨਾਂ ਨੂੰ ਆਪਾਂ ਇਕੱਠਾ ਕੀ ਕਹਿ ਦਿੰਦੇ ਹਾਂ, ਵੈਬਸਾਈਟ, ਠੀਕ ਹੈ। ਸੋ ਹੁਣ ਆ ਜਿਹੜੀਆਂ ਵੈਬਸਾਈਟਸ ਹੁੰਦੀਆਂ ਉਹ ਸਾਰੀਆਂ ਦੀ ਸਾਰੀਆਂ ਇੱਕ ਸਰਵਰ 'ਤੇ ਨਹੀਂ ਹੁੰਦੀਆਂ, ਬਹੁਤ ਸਾਰੇ ਸਰਵਰਸ ਲੱਗੇ ਹੁੰਦੇ ਆ, ਠੀਕ ਹੈ। ਅਲੱਗ-ਅਲੱਗ ਸਰਵਰ ਹੁੰਦੇ, ਅਲੱਗ-ਅਲੱਗ ਲੋਕੇਸ਼ਨਸ ਹੁੰਦੀਆਂ, ਉਹਨਾਂ ਸਾਰੀ ਜਗ੍ਹਾ 'ਤੇ ਅਲੱਗ-ਅਲੱਗ ਜਗ੍ਹਾ 'ਤੇ ਮਤਲਬ ਇਹ ਤੁਹਾਡੀ ਵੈਬਸਾਈਟ ਜਿਹੜੀ ਹੈ ਉਹ ਸਟੋਰ ਹੁੰਦੀ ਹੈ, ਠੀਕ ਹੈ। ਹੁਣ ਇਹਦੇ ਬੇਸਿਸ 'ਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਤੁਹਾਡਾ WWW ਹੈ ਇਟ ਇਜ਼ ਅ ਸੈਟ ਆਫ ਪ੍ਰੋਗਰਾਮਸ, ਮਤਲਬ ਇਹਦੇ ਵਿੱਚ ਕੁਛ ਪ੍ਰੋਗਰਾਮਸ ਹੈ, ਕੁਛ ਸਟੈਂਡਰਡਸ ਆਪਾਂ ਫੋਲੋ ਕਰਦੇ ਹਾਂ, ਕੁਛ ਰੂਲਸ ਫੋਲੋ ਕਰਦੇ ਹਾਂ, ਕੁਛ ਪ੍ਰੋਟੋਕੋਲਸ ਫੋਲੋ ਕਰਦੇ ਹਾਂ। ਇਹਨਾਂ ਤਿੰਨਾਂ ਚੀਜ਼ਾਂ ਨੂੰ ਫੋਲੋ ਕਰਕੇ ਅਸੀਂ ਇਹਨਾਂ ਵੈਬ ਪੇਜਿਸ ਨੂੰ ਅਸੈਸ ਕਰਨ ਦੀ ਟਰਾਈ ਕਰਦੇ ਜੇ ਇਹਨਾਂ ਨੂੰ ਅਸੈਸ ਕਰ ਪਾਉਂਦੇ ਹਾਂ। ਔਰ ਇਹਨਾਂ ਵੈਬ ਪੇਜਿਸ ਦੇ ਉੱਤੇ ਤੁਹਾਨੂੰ ਕੀ ਮਿਲਦਾ, ਟੈਕਸਟ, ਆਡੀਓ, ਵੀਡੀਓ, ਠੀਕ ਹੈ, ਐਨੀਮੇਸ਼ਨ, ਠੀਕ ਹੈ। ਇਸ ਤਰ੍ਹਾਂ ਤੁਹਾਨੂੰ ਇੱਥੇ ਜਿਹੜਾ ਹੈ ਤੁਸੀਂ ਇਹਨਾਂ ਚੀਜ਼ਾਂ ਨੂੰ ਅਸੈਸ ਕਰਨ ਦੀ ਕੋਸ਼ਿਸ਼ ਕਰਦੇ ਹੋ। ਮਤਲਬ WWW is a set of program standard and protocols that allows the text, images, audio, video, animations to be stored, assessed and linked together to form the websites, ठीक है। ਉਸ ਤੋਂ ਬਾਅਦ ਆਉਂਦਾ ਤੁਹਾਡਾ ਟੌਪਿਕ ਆਉਂਦਾ ਆਰਕੀਟੈਕਚਰ ਦਾ। ਆਰਕੀਟੈਕਚਰ ਮਤਲਬ ਇਹ ਬਣਿਆ ਕਿੱਦਾਂ ਹੋਇਆ ਜਾਂ ਕੀ ਚੀਜ਼ ਹੈ, ਦੁਬਾਰਾ ਉਹੀ ਗੱਲ ਉਹਨੇ ਕਰਨੀ ਹੈ। ਜਿਹੜਾ WWW ਬੇਸਿਕਲੀ ਤੁਹਾਡਾ ਕਲਾਇੰਟ ਸਰਵਰ ਮੈਥਡ ਹੈ, ਠੀਕ ਹੈ। ਕਲਾਇੰਟ ਸਰਵਰ ਆਰਕੀਟੈਕਚਰ ਨੂੰ ਫੋਲੋ ਕਰਦਾ। ਕਲਾਇੰਟ ਸਰਵਰ ਦਾ ਮਤਲਬ ਇੱਕ ਜਿਹਨੂੰ ਕਿਸੇ ਚੀਜ਼ ਦੀ ਲੋੜ ਹੈ, ਜੋ ਉਹਦੀ ਲੋੜ ਪ੍ਰੋਵਾਈਡ ਕਰਦਾ, ਫੁਲਫਿਲ ਕਰਦਾ, ਉਹਨੂੰ ਕਹਿੰਦੇ ਆਪਾਂ ਸਰਵਰ, ਠੀਕ ਹੈ। ਜਿੱਦਾਂ ਕਲਾਇੰਟ ਕੀ ਕਰਦਾ, ਇੱਕ ਰਿਕੁਐਸਟ ਸੈਂਡ ਕਰਦਾ ਹੈ ਕਿ ਮੈਨੂੰ ਇਸ ਡਾਟਾ ਦੀ ਲੋੜ ਹੈ, ਉਹ ਡਾਟਾ ਦੀ ਰਿਕੁਐਸਟ ਕਿਹਨੂੰ ਭੇਜਦਾ, ਸਰਵਰ ਨੂੰ। ਸਰਵਰ ਕੋ ਜੋ ਵੀ ਡਾਟਾ ਹੈ ਜਾਂ ਸਰਵਿਸਿਜ਼ ਹੈ ਸਰਵਰ ਕਲਾਇੰਟ ਨੂੰ ਉਹ ਰਿਟਰਨ ਕਰਕੇ ਸੈਂਡ ਕਰ ਦਿੰਦਾ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਕਲਾਇੰਟ ਸਰਵਰ ਸਰਵਿਸ ਜਾਂ ਕਲਾਇੰਟ ਸਰਵਰ ਆਰਕੀਟੈਕਚਰ, ਠੀਕ ਹੈ। ਸੋ ਕਲਾਇੰਟ ਅਸੈਸ ਦਾ ਸਰਵਿਸਿਜ਼ ਫਰੋਮ ਦਾ ਸਰਵਰ। ਹੁਣ ਜਿਹੜੀਆਂ ਸਰਵਿਸਿਜ਼ ਹੁੰਦੀਆਂ, ਜਿਹੜੀਆਂ ਆਪਾਂ ਰਿਕੁਐਸਟ ਜਨਰੇਟ ਕੀਤੀ ਹੈ ਜਾਂ ਆਪਾਂ ਇੱਥੋਂ ਸਰਵਿਸਿਜ਼ ਦੀ ਜੋ ਇੱਛਾ ਰੱਖ ਰਹੇ ਹਾਂ, ਦੀ ਸਰਵਿਸਿਜ਼ ਆਰ ਪ੍ਰੋਵਾਈਡਡ ਇਨ ਦ ਫੋਰਮ ਆਫ ਵੈਬਸਾਈਟਸ। ਨੋਰਮਲੀ ਸਾਨੂੰ WWW ਦੇ ਉੱਤੇ ਮਿਲਦਾ ਕਿ ਵੈਬਸਾਈਟਸ ਹੀ ਮਿਲਦੀਆਂ, ਅਲੱਗ-ਅਲੱਗ ਤਰ੍ਹਾਂ ਦੀ ਹੋ ਸਕਦੀ, ਠੀਕ ਹੈ। ਸੋ ਇਹ ਵੈਬਸਾਈਟਸ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਦੀਜ਼ ਆਰ ਦਾ ਕਲੈਕਸ਼ਨ ਆਫ ਵੈਬ ਪੇਜਿਸ, ਠੀਕ ਹੈ। ਵੈਬ ਪੇਜਿਸ ਜਿਹੜੇ ਹੈ ਉਹਨਾਂ ਦੇ ਵਿੱਚ ਕੀ ਮਿਲਦਾ ਤੁਹਾਨੂੰ, ਟੈਕਸਟ, ਇਮੇਜਿਸ, ਆਡੀਓ, ਵੀਡੀਓ, ਆਹ ਤੁਹਾਨੂੰ ਚੀਜ਼ਾਂ ਜਿਹੜੀਆਂ ਹੈ ਵੈਬ ਪੇਜਿਸ 'ਚ ਮਿਲਦੀਆਂ। ਵੈਬ ਪੇਜਿਸ ਜਿਹੜੇ ਹੁੰਦੇ ਆ ਉਹ ਫਰਦਰ ਤੁਹਾਡੇ ਕਿਸੇ ਹੋਰ ਵੈਬ ਪੇਜ ਦੇ ਨਾਲ ਵੀ ਇੰਟਰਲਿੰਕਡ ਹੁੰਦੇ ਆ, ਕਨੈਕਟਡ ਹੁੰਦੇ ਆ। ਜਿਹੜਾ ਇਹ ਇੰਟਰਲਿੰਕ ਬਣਦਾ ਹੈ ਇਹ ਕਿਹਦੀ ਹੈਲਪ ਨਾਲ ਬਣਦਾ, ਹਾਈਪਰਲਿੰਕ ਦੇ ਨਾਲ, ਠੀਕ ਹੈ। ਹਾਈਪਰਲਿੰਕ ਕਿਹਦੇ ਉੱਤੇ ਬਣਦਾ, ਨੋਰਮਲੀ ਦੋ ਤਰ੍ਹਾਂ ਦਾ ਹੋ ਸਕਦਾ, ਜਾਂ ਟੈਕਸਟ ਜਾਂ ਬਾਕੀ ਸਾਰਾ ਜੋ ਹੈ ਉਹ ਆਪਾਂ ਇਕੱਠਾ ਕਰ ਦੇਣਾ, ਇਮੇਜ, ਆਡੀਓ, ਵੀਡੀਓ, ਐਨੀਮੇਸ਼ਨ। ਮਤਲਬ ਤੁਸੀਂ ਚਾਹੇ ਟੈਕਸਟ 'ਤੇ ਕਲਿੱਕ ਕਰਕੇ ਇਸ ਵੈਬ ਪੇਜ 'ਤੇ ਪਹੁੰਚ ਜਾਓ, ਚਾਹੇ ਤੁਸੀਂ ਇਮੇਜ 'ਤੇ ਕਲਿੱਕ ਕਰਕੇ ਪਹੁੰਚੋ, ਚਾਹੇ ਤੁਸੀਂ ਆਡੀਓ 'ਤੇ, ਚਾਹੇ ਤੁਸੀਂ ਵੀਡੀਓ 'ਤੇ। ਅਗਰ ਤੁਸੀਂ ਟੈਕਸਟ ਦੇ ਉੱਤੇ ਹਾਈਪਰਲਿੰਕ ਬਣਾਏ ਹੋਏ ਹੈ ਅਤੇ ਉਹਨੂੰ ਆਪਾਂ ਕਹਿ ਦਿੰਦੇ ਹਾਈਪਰ ਟੈਕਸਟ ਵਰਡ ਆਪਾਂ ਯੂਜ਼ ਕਰ ਲੈਂਦੇ ਹਾਂ। ਇਹ ਮਤਲਬ ਹਾਈਪਰਲਿੰਕ ਦੇ ਕਿ ਟਾਈਪਸ ਹੋ ਗਿਆ, ਹਾਈਪਰ ਟੈਕਸਟ ਜਾਂ ਹਾਈਪਰ ਮੀਡੀਆ। ਹਾਈਪਰ ਮੀਡੀਆ ਮਤਲਬ ਟੈਕਸਟ ਨੂੰ ਛੱਡ ਕੇ ਹੋਰ ਅਗਰ ਕੋਈ ਵੀ ਚੀਜ਼ ਯੂਜ਼ ਕੀਤੀ ਜਿਹਦੇ ਨਾਲ ਤੁਸੀਂ ਹਾਈਪਰਲਿੰਕ ਬਣਾਇਆ ਹੋਇਆ ਤੇ ਉਹਨੂੰ ਆਪਾਂ ਕਹਿ ਦਿੰਦੇ ਹਾਈਪਰ ਮੀਡੀਆ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਆਉਂਦਾ ਕਿ ਹੁਣ ਤੁਸੀਂ ਆਹ ਹਾਈਪਰਲਿੰਕ ਜਾਂ ਵੈਬ ਪੇਜਿਸ ਜਾਂ ਵੈਬਸਾਈਟ ਜੋ ਵੀ ਆਹ ਗੱਲਾਂ ਕੀਤੀਆਂ ਸਾਰੀਆਂ, ਜੋ ਵੀ ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹੋ, ਇਹ ਐਕਚੁਅਲ 'ਚ ਤੇ ਇੱਕ ਪ੍ਰੋਗਰਾਮਸ ਹੀ ਹੈ, ਠੀਕ ਹੈ। ਸੋ ਇਹਨਾਂ ਪ੍ਰੋਗਰਾਮਸ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਕਰਨ ਲਈ ਸਾਡੇ ਇੱਕ ਲੈਂਗੁਏਜ ਹੋਣੀ ਚਾਹੀਦੀ ਹੈ। ਉਹ ਸਾਡੀ ਬੇਸਿਕ ਲੈਂਗੁਏਜ ਕੀ ਹੈ, HTML, ਜਿਹਨੂੰ ਆਪਾਂ ਕਹਿੰਦੇ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ, ਠੀਕ। ਹੁਣ
ਇੱਥੇ ਤੱਕ ਤਾਂ ਕਲੀਅਰ ਹੋ ਗਿਆ ਕਿ HTML ਆ ਚੀਜ਼ਾਂ ਨੂੰ ਆਪਾਂ ਅਸੈਸ ਕਰਦੇ ਹਾਂ। ਇਹਦੇ ਵਿੱਚ ਹਾਈਪਰਲਿੰਕ ਕਿਹਨੂੰ ਕਹਿੰਦੇ ਆ, ਹਾਈਪਰ ਟੈਕਸਟ ਕਿਹਨੂੰ ਕਹਿੰਦੇ ਆ, ਹਾਈਪਰ ਮੀਡੀਆ ਕਿਹਨੂੰ ਕਹਿੰਦੇ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਬਣਾਉਣ ਲਈ ਸਾਡੇ ਕੋਲ ਕੌਣ ਹੈ, HTML। ਹੁਣ ਇਹ ਚੀਜ਼ਾਂ ਬਣ ਗਈਆਂ, ਹੁਣ ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ ਆਪਾਂ ਸਰਵਿਸਿਜ਼ ਲੈਣੀਆਂ। ਸਰਵਿਸਿਜ਼ ਲੈਣੀਆਂ ਤਾਂ ਸਾਨੂੰ ਉਸ ਸਰਵਰ ਦਾ ਪਤਾ ਹੋਣਾ ਚਾਹੀਦਾ, ਉਹਦਾ ਨਾਮ ਪਤਾ ਹੋਣਾ ਚਾਹੀਦਾ, ਜਾਂ ਕਹ ਲਓ ਸਾਨੂੰ ਉਹਦਾ ਐਡਰੈਸ ਪਤਾ ਹੋਣਾ ਚਾਹੀਦਾ। ਆਪਾਂ ਕਿਸੇ ਬੰਦੇ ਕੋਲ ਸਰਵਿਸਿਜ਼ ਲੈਣੀਆਂ ਤਾਂ ਸਾਨੂੰ ਉਹਦਾ ਐਡਰੈਸ ਪਤਾ ਹੋਣਾ ਚਾਹੀਦਾ। ਸੋ ਇੱਥੇ ਜੋ ਐਡਰੈਸ ਦਾ ਕੰਮ ਕਰਦਾ ਉਹ ਤੁਹਾਡਾ ਕੌਣ ਕੰਮ ਕਰਦਾ, URL, ਯੂਨੀਫਾਰਮ ਰਿਸੋਰਸ ਲੋਕੇਟਰ। ਠੀਕ ਹੈ, URL ਮਤਲਬ ਜੋ ਤੁਸੀਂ ਲਿਖਦੇ ਹੋ www.google ਜਾਂ ਫੇਸਬੁੱਕ ਜਾਂ ਜੋ ਵੀ ਤੁਸੀਂ ਵੈਬਸਾਈਟ ਯੂਜ਼ ਕਰਦੇ ਹੋ co.in। ਸੋ ਆਹ ਤੁਹਾਡਾ ਕੀ ਹੈ, URL, ਯੂਨੀਫਾਰਮ ਰਿਸੋਰਸ ਲੋਕੇਟਰ। ਯੂਨੀਫਾਰਮ ਮਤਲਬ ਹਮੇਸ਼ਾ ਇੱਕੋ ਜਿਹਾ ਰਹਿੰਦਾ। ਰਿਸੋਰਸ ਮਤਲਬ ਤੁਸੀਂ ਕਿਹਨੂੰ ਲੱਭ ਰਹੇ ਹੋ, ਗੂਗਲ ਨੂੰ ਲੱਭ ਰਹੇ ਹੋ ਜਾਂ ਗੂਗਲ ਦੇ ਕੰਪਿਊਟਰ ਨੂੰ ਲੱਭ ਰਹੇ ਹੋ। ਲੋਕੇਟਰ ਉਹਦੀ ਜਗ੍ਹਾ। ਠੀਕ ਹੈ, ਹੁਣ ਆਹੀ ਐਡਰੈਸ ਜਿਹੜਾ ਹੈ ਇਹ ਹਰ ਥਾਂ ਮਤਲਬ ਯੂਜ਼ ਹੁੰਦਾ ਹੈ। ਇੱਦਾਂ ਨਹੀਂ ਹੈ ਵੀ ਇਹ ਕਿਸੇ ਜਗ੍ਹਾ 'ਤੇ ਚੱਲੂਗਾ, ਮਤਲਬ ਮੰਨ ਲਓ ਹਰਿਆਣੇ 'ਚ ਚੱਲਦਾ ਪਿਆ ਜਾਂ ਕਹਿ ਲਓ ਵੀ ਹੁਸ਼ਿਆਰਪੁਰੇ ਨਹੀਂ ਚੱਲੂਗਾ ਜਾਂ ਚੰਡੀਗੜ੍ਹ ਨਹੀਂ ਚੱਲੂਗਾ। ਤਕਰੀਬਨ ਸਾਰੇ ਸੇਮ ਹੀ ਯੂਜ਼ ਕਰਦੇ ਆ। ਅਗਰ ਦੇਸ਼ ਚੇਂਜ ਹੁੰਦਾ ਤਾਂ ਕਈ ਵਾਰ ਆ ਜਿਹੜਾ ਲਾਸਟ ਵਾਲਾ ਪਾਰਟ ਹੁੰਦਾ, ਡੋਮੇਨ ਹੁੰਦਾ, ਇਹ ਚੇਂਜ ਕਈ ਵਾਰੀ ਹੋ ਜਾਂਦਾ। ਅਦਰਵਾਈਜ਼ ਇਹ ਸੇਮ ਹੀ ਰਹਿੰਦਾ। ਗੂਗਲ ਦਾ ਮਤਲਬ ਗੂਗਲ ਹੀ ਹੈ। ਠੀਕ ਹੈ, ਅਲੱਗ-ਅਲੱਗ ਥਾਂ ਦਾ ਮਤਲਬ ਚੇਂਜ ਨਹੀਂ ਹੋਣਾ। ਠੀਕ ਹੈ, ਇਸ ਕਰਕੇ ਕਹਿੰਦਾ ਯੂਨੀਫਾਰਮ ਰਿਸੋਰਸ ਲੋਕੇਟਰ ਹਮੇਸ਼ਾ ਇਹ। ਔਰ ਜਦੋਂ ਵੀ ਤੁਸੀਂ ਆ ਐਂਟਰ ਕਰੋਗੇ ਹਮੇਸ਼ਾ ਗੂਗਲ ਦੀ ਵੈਬਸਾਈਟ ਹੀ ਖੋਲ੍ਹਣੀ ਹੈ। ਕਦੇ ਇੱਦਾਂ ਨਹੀਂ ਹੋਣਾ ਵੀ ਤੁਸੀਂ google.com.in ਭਰੋ ਅਤੇ ਸਾਈਟ ਫੇਸਬੁੱਕ ਦੀ ਖੁੱਲ੍ਹ ਜਾਏ, ਇੱਦਾਂ ਕਦੇ ਨਹੀਂ ਹੁੰਦਾ। ਇਹ ਸੇਮ ਹੀ ਰਹਿਣਗੇ। ਠੀਕ ਹੈ, ਇਸ ਐਡਰੈਸ ਨੂੰ ਤੁਸੀਂ ਯੂਜ਼ ਕਰਕੇ ਆਹ ਵਾਲੀਆਂ ਸਰਵਿਸਿਜ਼ ਜਿਹੜੀਆਂ ਅਸੈਸ ਕਰ ਸਕਦੇ ਹੋ। ਹੁਣ ਆਹ ਜਿਹੜਾ URL ਹੈ ਜਾਂ ਇਹ ਐਡਰੈਸ ਹੈ, ਇਹ ਐਡਰੈਸ ਦੱਸਣਾ ਕਿਹਨੂੰ। ਨੋਰਮਲੀ ਆਪਾਂ ਜਦੋਂ ਚਿੱਠੀਆਂ ਭੇਜਦੇ ਹਾਂ ਤਾਂ ਐਡਰੈਸ ਨੂੰ ਸਮਝਦਾ ਕੌਣ ਹੈ ਜਾਂ ਪੜ੍ਹਦਾ ਕੌਣ ਆ, ਪੋਸਟ ਮਾਸਟਰ ਜਾਂ ਕਹਿ ਲਓ ਜਿਹਨੇ ਤੁਹਾਡੇ ਘਰ ਡਿਲੀਵਰੀ ਕਰਨੀ ਹੁੰਦੀ, ਡਿਲੀਵਰੀ ਬੋਏ, ਉਹਨੂੰ ਪਤਾ ਹੁੰਦਾ, ਉਹਨੂੰ ਸਮਝ ਆਉਂਦੀ ਆ ਚੀਜ਼। ਸੋ ਇੱਥੇ ਇਸ URL ਕਿਹਨੂੰ ਸਮਝ ਆਉਂਦਾ, ਬਰਾਊਜ਼ਰ ਨੂੰ। ਤੁਸੀਂ ਬਰਾਊਜ਼ਰ ਤੋਂ ਇਲਾਵਾ ਵਰਡ ਦੇ ਉੱਤੇ ਲਿਖੀ ਜਾਓ ਤਾਂ URL ਕੋਈ ਮਤਲਬ ਨਹੀਂ ਉੱਥੇ, ਉਹਨੂੰ URL ਸਮਝ ਨਹੀਂ ਆਉਂਦਾ। ਉਹਨੂੰ ਇੰਨਾ ਪਤਾ ਵੀ ਜੋ ਮੇਰੇ 'ਤੇ ਲਿਖ ਰਿਹਾ ਉਹ ਟੈਕਸਟ ਹੈ। ਸੋ ਇਸ ਐਡਰੈਸ ਨੂੰ ਸਮਝਣ ਲਈ ਸਾਡੇ ਕੋਲ ਕੌਣ ਹੈ, ਇੱਕ ਬਰਾਊਜ਼ਰ ਹੈ। ਠੀਕ ਹੈ, ਹੁਣ ਜਿਹੜਾ ਬਰਾਊਜ਼ਰ ਹੈ ਇਹਦਾ ਮਤਲਬ ਬਰਾਊਜ਼ਰ ਇੱਕ ਕਲਾਇੰਟ ਦੀ ਤਰ੍ਹਾਂ ਬਿਹੇਵ ਕਰਦਾ। ਐਕਚੁਅਲ 'ਚ ਸਰਵਿਸਿਜ਼ ਕੌਣ ਪ੍ਰੋਵਾਈਡ ਕਰ ਰਿਹਾ, ਤੁਹਾਨੂੰ। ਮਤਲਬ ਤੁਸੀਂ ਯੂਜ਼ਰ ਹੋ, ਤੁਸੀਂ ਸਰਵਿਸਿਜ਼ ਜਿਹਦੇ ਕੋਲ ਲੈਣੀ ਆ ਉਹਦਾ ਐਡਰੈਸ ਤੁਸੀਂ ਬਰਾਊਜ਼ਰ 'ਚ ਭਰ ਦਿਓ। ਸੋ ਇਹਦਾ ਮਤਲਬ ਬਰਾਊਜ਼ਰ ਕਲਾਇੰਟ ਦੀ ਤਰ੍ਹਾਂ ਬਿਹੇਵ ਕਰਦਾ ਅਤੇ ਜਿਹੜਾ ਸਰਵਰ ਹੈ ਜਾਂ ਜਿਹੜਾ ਤੁਹਾਡਾ ਡੋਮੇਨ ਹੈ, ਠੀਕ ਹੈ, ਜਾਂ ਗੂਗਲ ਹੈ ਜਾਂ ਫੇਸਬੁੱਕ ਹੈ, ਜੋ ਵੀ ਹੈ ਤੁਹਾਡਾ, ਉਹ ਤੁਹਾਡੇ ਸਰਵਰ ਦੀ ਤਰ੍ਹਾਂ ਬਿਹੇਵ ਕਰਦਾ। ਔਰ ਇਸ ਸਰਵਰ ਦੇ ਉੱਤੋਂ ਸਾਰੀਆਂ ਸਰਵਿਸਿਜ਼ ਤੁਸੀਂ ਬਰਾਊਜ਼ਰ ਦੇ ਥਰੂ ਅਸੈਸ ਕਰ ਸਕਦੇ ਹੋ, ਡਾਇਰੈਕਟਲੀ ਤੁਸੀਂ ਅਸੈਸ ਨਹੀਂ ਕਰ ਸਕਦੇ। ਠੀਕ ਹੈ, ਬਰਾਊਜ਼ਰਸ ਨੂੰ ਆਪਾਂ ਵੈਬ ਕਲਾਇੰਟਸ ਵੀ ਕਹਿ ਦਿੰਦੇ ਹਾਂ। ਠੀਕ ਹੈ, ਹੁਣ ਕਿਉਂਕਿ ਇਸ ਸਰਵਰ ਜਾਂ ਇਹ ਸਾਰੇ ਇੰਟਰਨੈਟ ਔਰ ਤੁਹਾਡੇ ਦਰਮਿਆਨ ਸਿਰਫ ਆਉਂਦਾ ਹੈ ਬਰਾਊਜ਼ਰ ਜਾਂ ਜਿਹਨੂੰ ਆਪਾਂ ਕਲਾਇੰਟ ਕਹਿ ਦਿੰਦੇ ਹਾਂ, ਇਸ ਕਰਕੇ ਇਹਨੂੰ ਇੰਟਰਫੇਸ ਵੀ ਕਹਿੰਦੇ ਆ। ਠੀਕ ਹੈ, ਇੰਟਰਫੇਸ ਵੀ ਕਹਿੰਦੇ ਆ। ਇੰਟਰਫੇਸ ਮਤਲਬ ਜਿਹਦਾ ਦੋਨੇ ਪਾਸੇ ਨੂੰ ਮੂੰਹ ਹੈ, ਆਪਾਂ ਇੱਦਾਂ ਸਮਝਣ ਲਈ ਕਹਿ ਦਿੰਦੇ ਹਾਂ ਵੀ ਜਿਹੜਾ ਸੈਂਟਰ 'ਚ ਬੈਠਾ ਹੋਇਆ ਦੋਨੇ ਪਾਸੇ ਉਹ ਗੱਲ ਕਰਦਾ, ਉਹਨੂੰ ਆਪਾਂ ਇੰਟਰਫੇਸ ਕਹਿ ਸਕਦੇ ਹਾਂ। ਹੁਣ ਬਰਾਊਜ਼ਰ ਦਾ ਦੋ ਕੰਮ ਹੈ। ਪਹਿਲਾ ਕੰਮ ਤਾਂ ਕੀ ਹੈ, ਇਹਨੇ ਰਿਕੁਐਸਟ, ਪਹਿਲਾਂ ਤਾਂ ਇਹਨੇ ਵੈਬ ਸਰਵਰ ਨੂੰ ਕੰਟੈਕਟ ਕਰਨਾ। ਠੀਕ ਹੈ, ਔਰ ਉਹਨੂੰ ਇੱਕ ਰਿਕੁਐਸਟ ਭੇਜ ਦੇਣੀ ਕਿ ਮੈਨੂੰ ਆਹ ਜਿਹੜਾ ਡਾਟਾ ਹੈ ਉਹ ਚਾਹੀਦਾ। ਸੈਕਿੰਡ, ਜਦੋਂ ਇਹ ਸਰਵਰ ਨੇ ਜੋ ਵੀ ਆਪਣੀ ਪ੍ਰੋਸੈਸਿੰਗ ਕਰਨੀ, ਉਹਨੂੰ ਆਹ ਡਾਟਾ ਮਿਲਿਆ ਨਹੀਂ ਮਿਲਿਆ, ਜੋ ਵੀ ਹੋਇਆ, ਜੋ ਵੀ ਇਹਨੇ ਰਿਸਪੌਂਡ ਕੀਤਾ, ਇਹਨੇ ਵਾਪਸ ਜੋ ਭੇਜਿਆ, ਉਸ ਇਨਫੋਰਮੇਸ਼ਨ ਨੂੰ ਇਹਨੇ ਰਿਸੀਵ ਕਰਨਾ ਐਂਡ ਉਹਨੂੰ ਤੁਹਾਨੂੰ ਸ਼ੋਅ ਕਰਨਾ। ਠੀਕ ਹੈ, ਮਤਲਬ ਬਰਾਊਜ਼ਰ ਦੇ ਉੱਤੇ ਉਸ ਚੀਜ਼ ਨੂੰ ਰਿਫਲੈਕਟ ਕਰਨਾ। ਠੀਕ ਹੈ, ਉਹਨੇ ਇਨਫੋਰਮੇਸ਼ਨ ਨੂੰ ਰਿਸੀਵ ਕਰਨਾ, ਦੈਨ ਉਹਨੂੰ ਰਿਫਲੈਕਟ ਕਰਨਾ ਤੁਹਾਨੂੰ ਕਿ ਤੁਸੀਂ ਆਹ ਇਨਫੋਰਮੇਸ਼ਨ ਮੰਗੀ ਔਰ ਮੈਨੂੰ ਆਹ ਇਨਫੋਰਮੇਸ਼ਨ ਮਿਲ ਗਈ। ਹੁਣ ਬਰਾਊਜ਼ਰ ਨੂੰ ਇਹ ਤਿੰਨ ਇਹਦੇ ਫਰਦਰ ਹਿੱਸੇ ਕਰਦੇ ਆ। ਪਹਿਲਾ ਹੈਗਾ ਕੰਟਰੋਲਰ। ਕੰਟਰੋਲਰ ਮਤਲਬ ਤੁਹਾਡਾ ਕੀਬੋਰਡ ਜਾਂ ਮਾਊਸ, ਜਿਹਦੇ ਤੋਂ ਤੁਸੀਂ ਇਨਫੋਰਮੇਸ਼ਨ ਕੈਪਚਰ ਕਰਦੇ ਹੋ ਜਾਂ ਤੁਸੀਂ ਇਨਪੁਟ ਲੈਂਦੇ ਹੋ ਵੀ ਤੁਸੀਂ ਕੀ ਲੱਭਣਾ ਚਾਹੁੰਦੇ ਹੋ। ਜੋ ਵੀ ਤੁਸੀਂ ਲੱਭਣਾ ਚਾਹੁੰਦੇ ਹੋ ਉਹਦੇ ਲਈ ਕੁਝ ਰੂਲਸ ਬਣੇ ਹੋਏ ਆ, ਉਹਨੂੰ ਆਪਾਂ ਕਲਾਇੰਟ ਪ੍ਰੋਟੋਕੋਲ ਕਹਿ ਦਿੰਦੇ ਹਾਂ। ਯਾਨੀ ਕਿ ਤੁਸੀਂ HTTP ਜਾਂ FTP ਜਾਂ ਟੈਲਨੈਟ ਇੱਦਾਂ ਦੇ ਅਲੱਗ-ਅਲੱਗ ਹੁੰਦੇ ਆ ਪ੍ਰੋਟੋਕੋਲਸ, ਜਿਨ੍ਹਾਂ ਤੁਸੀਂ ਯੂਜ਼ ਕਰਕੇ ਜੋ ਵੀ ਇਨਪੁਟ ਆਈ ਹੁੰਦੀ ਹੈ ਉਸ ਸਰਵਿਸਿਜ਼ ਤੱਕ ਪਹੁੰਚਣ ਲਈ ਤੁਹਾਡੇ ਕੋਲ ਪ੍ਰੋਟੋਕੋਲ ਹੈ। ਹੁਣ ਤੁਸੀਂ ਸਰਵਿਸਿਜ਼ ਲੈਣੀ ਹੈ, ਮੰਨ ਲਓ ਆਪਣੇ ਕਾਲਜ ਤੋਂ, ਤਾਂ ਤੁਹਾਡਾ ਇੱਕ ਚੈਨਲ ਹੈ ਪ੍ਰੋਪਰ ਵੀ ਤੁਸੀਂ ਕਲਰਕ ਕੋਲ ਜਾਓਗੇ ਜਾਂ ਤੁਸੀਂ ਕਿਸੇ ਟੀਚਰ ਕੋਲ ਜਾਓਗੇ ਜਾਂ ਕਿਹਦੇ ਨੂੰ ਮਿਲਣਾ, ਤੁਸੀਂ ਮਤਲਬ ਕਿ ਪ੍ਰੋਪਰ ਚੈਨਲ ਫੋਲੋ ਕਰਨਾ ਪੈਂਦਾ, ਕੁਛ ਰੂਲਸ ਤੁਹਾਨੂੰ ਫੋਲੋ ਕਰਨੇ ਪੈਂਦੇ। ਹੁਣ ਆਪਾਂ ਕੱਲ੍ਹ ਨੂੰ ਕਹੀ ਵੀ ਮੈਂ ਕੋਰਟ ਤੋਂ ਕੁਛ ਸਰਵਿਸਿਜ਼ ਲੈਣੀਆਂ ਹੈ,
ਲੀਗਲ ਸਰਵਿਸਿਜ਼ ਲੈਣੀ ਔਰ ਮੈਂ ਜੱਜ ਨੂੰ ਸਿੱਧਾ ਜਾ ਕੇ ਮਿਲਣਾ ਤਾਂ ਮੈਂ ਨਹੀਂ ਮਿਲ ਸਕਦਾ, ਕੁਛ ਉੱਥੇ ਰੂਲਸ ਲੱਗਦੇ ਆ, ਕੁਛ ਫੋਲੋ ਕੀਤੇ ਜਾਂਦੇ। ਉਸ ਤੋਂ ਬਾਅਦ ਜੋ ਵੀ ਇਨਫੋਰਮੇਸ਼ਨ ਤੁਹਾਨੂੰ ਸਰਵਰ ਨੇ ਇਹਨਾਂ ਰੂਲਸ ਨੂੰ ਫੋਲੋ ਕਰਕੇ ਪ੍ਰੋਵਾਈਡ ਕੀਤੀ, ਬਰਾਊਜ਼ਰ ਉਹਨੂੰ ਦੁਬਾਰਾ ਸਮਝਦਾ ਹੈ ਔਰ ਤੁਹਾਨੂੰ ਸ਼ੋਅ ਕਰਦਾ ਹੈ। ਇਸ ਕਰਕੇ ਇੱਥੇ ਇੰਟਰਪ੍ਰੇਟਰ ਇੱਕ ਵਰਡ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਇੰਟਰਪ੍ਰੇਟਰ ਜਿਹੜਾ ਸਮਝਦਾ ਕਿਸੇ ਗੱਲ ਨੂੰ। ਇੰਟਰਪ੍ਰੇਟਰ ਨਾਰਮਲੀ ਹੁੰਦਾ ਵੀ ਦੋ ਬੰਦੇ ਅਲੱਗ-ਅਲੱਗ ਭਾਸ਼ਾ ਸਮਝਦੇ, ਯੂਜ਼ਰ ਅਲੱਗ ਭਾਸ਼ਾ ਸਮਝਦਾ, ਸਰਵਰ ਅਲੱਗ ਭਾਸ਼ਾ ਸਮਝਦਾ, ਉਹਨਾਂ ਨੂੰ ਆਪਸ 'ਚ ਕਮਿਊਨੀਕੇਟ ਕਰਨ ਲਈ ਹਮੇਸ਼ਾ ਆਪਾਂ ਨੂੰ ਇੰਟਰਪ੍ਰੇਟਰ ਹੁੰਦਾ ਹੈ। ਤੁਸੀਂ ਆਲਰੇਡੀ ਛੋਟੀ ਕਲਾਸਿਸ 'ਚ ਪੜ੍ਹਿਆ ਹੋਇਆ ਵੀ ਇੰਟਰਪ੍ਰੇਟਰ ਅਤੇ ਕੰਪਾਈਲਰ ਕੀ ਚੀਜ਼ ਹੈ, ਉਹੀ ਚੀਜ਼ ਹੈ ਇੱਥੇ। ਠੀਕ। ਉਸ ਤੋਂ ਬਾਅਦ ਤੁਹਾਡੇ ਸਰਵਰ ਦੀ ਗੱਲ ਕੀਤੀ ਜਾਂਦੀ ਹੈ। ਸਰਵਰ ਦਾ ਮਤਲਬ ਤੁਸੀਂ ਮੇਨਲੀ ਸਿਰਫ ਇੰਨਾ ਸਮਝੋ ਕਿ ਇੱਕ ਸਪੈਸ਼ਲ ਕੰਪਿਊਟਰ ਹੈ ਜਿਹਦੇ ਕੋਲ ਹਾਈ ਮੈਮਰੀ, ਜਿਹਦੀ ਮੈਮਰੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਉਹਦੇ ਪ੍ਰੋਸੈਸਿੰਗ ਜਿਹੜੀ ਹੁੰਦੀ ਉਹ ਥੋੜ੍ਹੀ ਹਾਈ ਹੁੰਦੀ ਹੈ ਨੋਰਮਲ ਪੀਸੀਸ ਨਾਲੋਂ। ਠੀਕ ਹੈ। ਨਾਰਮਲੀ ਜਿਹੜੇ ਸਰਵਰਸ ਹੁੰਦੇ ਆ ਉਹ ਹਮੇਸ਼ਾ ਇੰਟਰਨੈਟ ਨਾਲ ਅਟੈਚ ਕੀਤੇ ਜਾਂਦੇ ਆ ਔਰ ਇੰਟਰਨੈਟ ਦੇ ਥਰੂ ਹੀ ਉਹਨਾਂ ਨੂੰ ਆਪਾਂ ਅਸੈਸ ਕਰਦੇ ਹਾਂ। ਆਪਾਂ ਡਾਇਰੈਕਟਲੀ ਉਹਨਾਂ ਨੂੰ ਅਸੈਸ ਨਹੀਂ ਕਰਦੇ। ਉਹਨਾਂ ਨੂੰ ਅਸੈਸ ਕਰਨ ਲਈ ਜਿਹੜਾ URL ਹੈ ਜਾਂ ਕਹਿ ਲਓ ਡੋਮੇਨ ਨੇਮ ਹੈ, ਉਹ ਅਲਟੀਮੇਟਲੀ ਇੱਕ ਯੂਨੀਕ ਐਡਰੈਸ ਹੁੰਦਾ, ਮਤਲਬ ਉਹਦਾ ਯੂਨੀਕ ਨਾਮ ਹੁੰਦਾ, ਯੂਨੀਕ ਐਡਰੈਸ ਹੁੰਦਾ ਹੈ, ਉਹਨੂੰ ਇੱਕ ਅਸਾਈਨ ਕੀਤਾ ਜਾਂਦਾ ਔਰ ਉਸ ਐਡਰੈਸ ਦੇ ਥਰੂ ਹੀ ਆਪਾਂ ਉਹਨੂੰ ਅਸੈਸ ਕਰ ਸਕਦੇ ਹਾਂ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਐਕਚੁਅਲ 'ਚ ਜਿਹੜਾ ਵੈਬਸਾਈਟਸ ਹੁੰਦੀਆਂ ਉਹ ਸਾਰੀਆਂ ਇਹਨਾਂ ਸਰਵਰਸ ਦੇ ਉੱਤੇ ਲੋਕੇਟਡ ਹੁੰਦੀਆਂ ਔਰ ਬਹੁਤ ਸਾਰੀਆਂ ਇਹਨਾਂ ਦੇ ਉੱਤੇ ਰਿਕੁਐਸਟ ਆਉਂਦੀ ਹੈ। ਇਸ ਕਰਕੇ ਮਲਟੀ ਪ੍ਰੋਸੈਸਿੰਗ ਜਾਂ ਮਲਟੀ ਥਰੈਡਿੰਗ ਨੂੰ ਇੱਦਾਂ ਦੇ ਜਿਹੜੇ ਫੀਚਰਸ ਹੈ ਉਹਨਾਂ ਨੂੰ ਵੀ ਸਪੋਰਟ ਕਰਦੇ ਆ ਤੁਹਾਡੇ ਸਰਵਰ। ਠੀਕ ਹੈ। ਉਸ ਤੋਂ ਬਾਅਦ ਵੈਬ ਪੇਜਿਸ ਐਂਡ ਵੈਬਸਾਈਟਸ ਤਾਂ ਆਲਮੋਸਟ ਉਹੀ ਹੈ ਜੋ ਆਪਾਂ ਵਾਰ-ਵਾਰ ਰਿਪੀਟ ਕਰ ਰਹੇ ਕਿ ਵੈਬ ਪੇਜਿਸ ਉਹ ਹੁੰਦੇ, ਉਹ ਪੇਜਿਸ ਜਿਹੜੇ HTML 'ਚ ਲਿਖੇ ਜਾਂਦੇ ਉਹਨਾਂ ਨੂੰ ਵੈਬ ਪੇਜਿਸ ਕਹਿ ਦਿੰਦੇ ਆ, ਜਾਂ ਇੱਕ ਸਪੈਸ਼ਲ ਡਾਕੂਮੈਂਟ ਜਿਹਨਾਂ ਨੂੰ ਵੈਬ ਸਰਵਰ 'ਤੇ ਆਪਾਂ ਸਟੋਰ ਕਰਦੇ ਹਾਂ ਉਹਨਾਂ ਨੂੰ ਆਪਾਂ ਵੈਬ ਪੇਜਿਸ ਕਹਿ ਦਿੰਦੇ ਹਾਂ। ਔਰ ਵੈਬ ਪੇਜਿਸ ਨੂੰ ਆਪਾਂ ਅਸੈਸ ਕਿਹਦੇ ਨਾਲ ਕਰਦੇ, ਵਿਦ ਦ ਹੈਲਪ ਆਫ HTTP, ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ। ਇਹਦੇ ਨਾਲ ਆਪਾਂ ਵੈਬ ਪੇਜਿਸ ਜਾਂ ਵੈਬਸਾਈਟਸ ਨੂੰ ਅਸੈਸ ਕਰਦੇ ਹਾਂ। ਮਤਲਬ ਜਦੋਂ ਵੀ ਤੁਸੀਂ ਵੈਬਸਾਈਟ ਨੂੰ ਜਾਂ ਵੈਬ ਪੇਜ ਨੂੰ ਅਸੈਸ ਕਰਨਾ, ਉਹਦੇ ਲਈ ਤੁਹਾਡੇ ਕੋਲ ਜਿਹੜਾ ਪ੍ਰੋਟੋਕੋਲ ਹੈ ਜਾਂ ਰੂਲ ਕਿਹੜੇ ਹੈਗੇ ਤੁਹਾਡੇ ਕੋਲ, HTTP ਦੇ ਰੂਲ ਹੈ। ਠੀਕ ਹੈ। ਉਸ ਤੋਂ ਬਾਅਦ ਆਉਂਦਾ ਤੁਹਾਡੇ ਵੈਬ ਪੇਜਿਸ ਦੀਆਂ ਟਾਈਪਸ। ਠੀਕ ਹੈ। ਨਾਰਮਲੀ ਸਾਡੇ ਕੋਲ 3 ਤਰ੍ਹਾਂ ਦੇ ਟਾਈਪਸ ਹੁੰਦੀਆਂ, ਸਟੈਟਿਕ, ਡਾਇਨਾਮਿਕ ਅਤੇ ਐਕਟਿਵ। ਸਟੈਟਿਕ ਉਹ ਪੇਜਿਸ ਜਿਹੜੇ ਕਦੀ ਵੀ ਚੇਂਜ ਨਹੀਂ ਹੁੰਦਾ, ਜਿਨ੍ਹਾਂ ਦਾ ਕੰਟੈਂਟ ਨੈਵਰ ਚੇਂਜਿਸ। ਤੁਸੀਂ ਜਦੋਂ ਮਰਜ਼ੀ ਉਹ ਵੈਬਸਾਈਟ ਖੋਲ੍ਹੋ ਉਹਦਾ ਕੰਟੈਂਟ ਹਮੇਸ਼ਾ ਸੇਮ ਹੀ ਰਹੂਗਾ, ਉਹਨੂੰ ਆਪਾਂ ਕਹਿੰਦੇ ਸਟੈਟਿਕ। ਠੀਕ ਹੈ। ਤੁਹਾਡੀ ਇਨਫੋਰਮੇਸ਼ਨ ਦੇ ਅਕੋਰਡਿੰਗ ਜਾਂ ਤੁਹਾਡੀ ਰਿਕੁਐਸਟ ਦੇ ਅਕੋਰਡਿੰਗ ਅਗਰ ਉਹਦੇ ਵਿੱਚ ਕੁਛ ਚੇਂਜਿਸ ਨਹੀਂ ਹੁੰਦੀਆਂ ਤਾਂ ਉਹਨੂੰ ਆਪਾਂ ਕਹਿੰਦੇ ਸਟੈਟਿਕ। ਕਦੀ ਵੀ ਸਿੱਧਾ ਤੁਸੀਂ ਯਾਦ ਰੱਖਣਾ ਵੀ ਕੰਟੈਂਟ ਕੈਨੋਟ ਬੀ ਚੇਂਜਡ ਬਾਏ ਦ ਯੂਜ਼ਰ ਐਂਡ, ਮਤਲਬ ਯੂਜ਼ਰ ਉਹ 'ਚ ਕਦੀ ਕੋਈ ਚੇਂਜ ਨਹੀਂ ਕਰ ਸਕਦਾ, ਜੋ ਵੀ ਚੇਂਜ ਕਰੂਗਾ ਬੰਦਾ ਸਰਵਰ ਵਾਲਾ ਹੀ ਕਰੂਗਾ। ਦ ਕੰਟੈਂਟ ਕੈਨ ਬੀ ਚੇਂਜ ਔਨ ਦ ਸਰਵਰ ਬਟ ਯੂਜ਼ਰ ਕੈਨੋਟ ਚੇਂਜ ਦੈਮ ਵਾਈਲ ਯੂਜ਼ਿੰਗ ਦੈਮ। ਯੂਜ਼ਰ ਕਦੀ ਵੀ ਉਹਨਾਂ ਨੂੰ ਚੇਂਜ ਨਹੀਂ ਕਰ ਸਕਦਾ। ਸਟੈਟਿਕ ਜੋ ਤੁਹਾਡੇ ਡਾਕੂਮੈਂਟਸ ਬਣਦੇ ਉਹ ਨਾਰਮਲੀ HTML 'ਚ ਹੀ ਬਣਦੇ ਆ। HTML 'ਚ ਤੁਹਾਡੇ ਟੈਗਸ ਹੁੰਦੇ ਆ, ਸਿੰਗੂਲਰ ਟੈਗ, ਪੇਅਰ ਟੈਗ, ਉਸ ਤੋਂ ਬਾਅਦ ਹੈਡ ਸੈਕਸ਼ਨ ਹੁੰਦਾ, ਬੋਡੀ ਸੈਕਸ਼ਨ ਹੁੰਦਾ। ਇਹ ਆਲਰੇਡੀ ਤੁਸੀਂ ਚੀਜ਼ਾਂ ਪੜ੍ਹੀਆਂ ਹੋਈਆਂ, ਉਹ ਸੇਮ ਹੀ ਹੈ। ਠੀਕ ਹੈ। ਟੈਗਸ ਦੇ ਕੁਛ ਐਟਰੀਬਿਊਟਸ ਹੁੰਦੇ ਆ, ਐਟਰੀਬਿਊਟਸ ਦੀਆਂ ਅਲੱਗ-ਅਲੱਗ ਵੈਲਿਊਜ਼ ਹੁੰਦੀਆਂ, ਉਹ ਤੁਹਾਡਾ ਆਲਮੋਸਟ ਜੋ ਤੁਸੀਂ HTML 'ਚ ਪੜ੍ਹਿਆ ਉਹ ਸੇਮ ਉਹੀ ਹੈ, ਉਹਦੇ ਵਿੱਚ ਕੁਛ ਫਰਕ ਨਹੀਂ ਹੈ। ਉਸ ਤੋਂ ਆਉਂਦਾ ਡਾਇਨਾਮਿਕ। ਡਾਇਨਾਮਿਕ ਦੇ ਵਿੱਚ ਕੀ ਹੈ, ਕੰਟੈਂਟ ਕੈਨ ਚੇਂਜ। ਕੰਟੈਂਟ ਕੈਨ ਚੇਂਜ, ਤੁਹਾਡਾ ਕੰਟੈਂਟ ਜਿਹੜਾ ਉਹ ਚੇਂਜ ਹੋ ਸਕਦਾ ਡਿਪੈਂਡਿੰਗ ਅਪੋਨ ਯੂਜ਼ਰ ਰਿਕੁਆਇਰਮੈਂਟ। ਜੋ ਵੀ ਯੂਜ਼ਰ ਦੀ ਰਿਕੁਆਇਰਮੈਂਟ ਹੈ ਉਹਦੇ ਬੇਸਿਸ 'ਤੇ ਤੁਹਾਡਾ ਕੰਟੈਂਟ ਜਿਹੜਾ ਉਹ ਚੇਂਜ ਹੋ ਸਕਦਾ, ਉਹਨਾਂ ਨੂੰ ਆਪਾਂ ਕਹਿੰਦਾ ਡਾਇਨਾਮਿਕ। ਠੀਕ ਹੈ। ਇਹਦੇ ਵਿੱਚ ਹੁੰਦਾ ਕੀ ਹੈ ਕਿ ਜਿਹੜਾ ਕਲਾਇੰਟ ਹੈ ਉਹ ਸਰਵਰ ਨੂੰ ਇੱਕ ਰਿਕੁਐਸਟ ਭੇਜਦਾ ਕਿ ਮੈਨੂੰ ਆਹ ਵਾਲਾ ਡਾਟਾ ਚਾਹੀਦਾ, ਅਤੇ ਸਰਵਰ ਆਪਣੀ ਇੱਕ ਸਕ੍ਰਿਪਟ ਰਨ ਕਰਦਾ ਜਾਂ ਕਹਿ ਲਓ ਇੱਕ ਪ੍ਰੋਗਰਾਮ ਰਨ ਕਰਦਾ। ਉਸ ਪ੍ਰੋਗਰਾਮ ਦੇ ਅਕੋਰਡਿੰਗ ਜੋ ਕਲਾਇੰਟ ਦੀ ਰਿਕੁਆਇਰਮੈਂਟ ਹੁੰਦੀ ਹੈ ਉਹਦੇ ਅਕੋਰਡਿੰਗ ਆਊਟਪੁੱਟ ਜਿਹੜੀ ਹੈ ਜਨਰੇਟ ਕੀਤੀ ਜਾਂਦੀ ਹੈ ਔਰ ਉਸ ਆਊਟਪੁੱਟ ਨੂੰ ਦੁਬਾਰਾ ਕਲਾਇੰਟ ਨੂੰ ਸੈਂਡ ਕਰ ਦਿੱਤਾ ਜਾਂਦਾ। ਠੀਕ ਹੈ। ਇਹਨੂੰ ਆਪਾਂ ਕਹਿੰਦੇ ਡਾਇਨਾਮਿਕ। ਸੋ ਵੈਨ ਅ ਰਿਕੁਐਸਟ ਅਰਾਈਜ਼ ਐਟ ਦ ਵੈਬ ਸਰਵਰ ਰਨਜ਼ ਐਨ ਐਪਲੀਕੇਸ਼ਨ ਪ੍ਰੋਗਰਾਮ। ਜਦੋਂ ਵੀ ਰਿਕੁਐਸਟ ਵੈਬ ਸਰਵਰ ਨੂੰ ਮਿਲਦੀ ਹੈ ਉਹ ਇੱਕ ਐਪਲੀਕੇਸ਼ਨ ਪ੍ਰੋਗਰਾਮ ਨੂੰ ਰਨ ਕਰਦਾ ਜਿਹਦੇ ਨਾਲ ਡਾਇਨਾਮਿਕ ਡਾਕੂਮੈਂਟ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਮੰਨ ਲਓ ਇਸ ਕਲਾਇੰਟ ਨੇ ਅਗਰ 50 ਰਿਕੁਐਸਟ ਭੇਜੀਆਂ ਤਾਂ ਹਰ ਵਾਰੀ ਇਹਨੇ ਸਕ੍ਰਿਪਟ ਚਲਾ ਕੇ ਨਵੇਂ ਡਾਕੂਮੈਂਟ ਬਣਾਈ ਜਾਣੇ। ਮੰਨ ਲਓ ਕਲਾਇੰਟ 1 ਨੇ ਰਿਕੁਐਸਟ ਭੇਜੀ ਕਿ ਡਾਕੂਮੈਂਟ 1 ਬਣ ਗਿਆ, ਕਲਾਇੰਟ 2 ਨੇ ਭੇਜੀ ਉਹਨੂੰ ਡਾਕੂਮੈਂਟ 2 ਭੇਜਤਾ। ਹਰ ਵਾਰੀ ਅਲੱਗ-ਅਲੱਗ ਕਾਪੀ ਬਣਨੀ ਹੈ ਔਰ ਉਹ ਕਾਪੀ ਜਿਹੜੀ ਹੈ ਸੈਂਡ ਕੀਤੀ ਜਾਣੀ। ਠੀਕ ਹੈ। ਹੁਣ ਜਿਹੜੇ ਡਾਇਨਾਮਿਕ ਪੇਜਿਸ ਬਣਦੇ ਆ ਉਹਦੀਆਂ ਅਲੱਗ-ਅਲੱਗ ਟੈਕਨੋਲੋਜੀਜ਼ ਆਪਾਂ ਕਿਹੜੀਆਂ ਯੂਜ਼ ਕਰਦੇ ਹਾਂ, ਉਹਨਾਂ ਦੇ ਸਿਰਫ ਥੋੜ੍ਹਾ ਜਿਹਾ ਆਪਾਂ ਦੱਸ ਦਿੰਦੇ ਹਾਂ। ਪਹਿਲਾਂ ਆਪਾਂ CGI ਯੂਜ਼ ਕਰਦੇ। CGI ਮਤਲਬ ਕਾਮਨ ਗੇਟਵੇ ਇੰਟਰਫੇਸ। ਠੀਕ ਹੈ। ਇਹਦੇ ਨਾਲ ਆਪਾਂ ਡਾਇਨਾਮਿਕ ਡਾਕੂਮੈਂਟਸ ਨੂੰ ਕ੍ਰੀਏਟ ਵੀ ਕਰ ਸਕਦੇ ਅਤੇ ਉਹਨਾਂ ਨੂੰ ਹੈਂਡਲ ਵੀ ਕਰ ਸਕਦੇ ਹਾਂ। ਠੀਕ ਹੈ। ਸੋ ਇਟ ਇਜ਼ ਅ ਸੈਟ ਆਫ ਸਟੈਂਡਰਡਸ ਦੈਟ ਡਿਫਾਈਨ ਹਾਊ ਅ ਡਾਇਨਾਮਿਕ ਡਾਕੂਮੈਂਟ ਸ਼ੁੱਡ ਬੀ ਰਿਟਨ
किस तरह तुसी डॉक्यूमेंट नूं लिखना, हाउ इनपुट डाटा शुड बी सप्लाइड, उन्होंने इनपुट किस तरह की देनी, एंड हाउ आउटपुट रिजल्ट शुड बी जनरेटर, तो उस तो उहदे विचों आउटपुट किद्दां कड्ढने, सारी चीज़ां इह दस्सिया हुंदा। ठीक है, CGI दे विच तुसीं C++, C शैल, पर्ल कोई भी लैंग्वेज जिहड़ी ओह यूज़ कर सकदे। ठीक है, उस तो बाद आंदा तुहाडा PHP। ठीक है, PHP तुसीं ऑलरेडी स्टडी कर रहे हो। ठीक है, ਇਹਦੇ ਵਿੱਚ ਆਪਾਂ ਨੋਰਮਲੀ ਫਾਰਮਸ ਨੂੰ ਹੈਂਡਲ ਕਰਦੇ ਹਾਂ, ਜਾਂ ਕੋਈ ਆਪਾਂ ਸਕ੍ਰਿਪਟ ਜਾਂ ਐਰੇ ਵਗੈਰਾ ਜਾਂ ਕੁਛ ਇੱਦਾਂ ਦਾ ਯੂਜ਼ ਕਰਨਾ ਹੁੰਦਾ ਤੇ ਉਹ ਤੁਸੀਂ PHP ਦੇ ਨਾਲ ਯੂਜ਼ ਕਰ ਸਕਦੇ ਹੋ। ਠੀਕ ਹੈ, ਇਹਨਾਂ ਤੋਂ ਇਲਾਵਾ CGI PHP ਤੋਂ ਇਲਾਵਾ ਤੁਹਾਡੇ GSP ਹੁੰਦੀ ਹੈ, ਜਾਵਾ ਸਰਵਰ ਪੇਜਿਸ ਕਹਿੰਦੇ ਆ। ਠੀਕ ਹੈ, ਉਸ ਤੋਂ ਬਾਅਦ ਐਕਟਿਵ ਸਰਵਰ ਪੇਜਿਸ ਕਹਿੰਦੇ ਆਪਾਂ, ESP, ਇਹ ਵੀ ਤੁਹਾਡੀ ਇੱਕ ਅਲੱਗ ਤੋਂ ਲੈਂਗੁਏਜ ਜਿਹਦੇ ਨਾਲ ਆਪਾਂ ਵਿਜ਼ੂਅਲ ਬੇਸਿਕ ਦੀ ਇਹ ਲੈਂਗੁਏਜ ਹੈ। ਠੀਕ ਹੈ, ਇਟ ਇਜ਼ ਅ ਮਾਈਕਰੋਸੌਫਟ ਵਿਜ਼ੂਅਲ ਬੇਸਿਕ ਲੈਂਗੁਏਜ ਫॉर ਸਕ੍ਰਿਪਟਿੰਗ। ठीक है, ਉਹਦਾ ਇੱਕ ਪਾਰਟ ਹੈ ਇਹ, ਤੇ ਇਹਦੇ ਨਾਲ ਵੀ ਤੁਸੀਂ ਡਾਇਨਾਮਿਕ ਜਿਹੜੀਆਂ ਵੈਬਸਾਈਟਸ ਹੈ ਜਾਂ ਵੈਬ ਪੇਜਿਸ ਜਿਹੜੇ ਕ੍ਰੀਏਟ ਕਰ ਸਕਦੇ ਹੋ। ਠੀਕ ਹੈ, ਸੋ ਇਹ ਕੁਝ ਟਾਈਪਸ ਹੋ ਗਈਆਂ। ਉਸ ਤੋਂ ਬਾਅਦ ਤੁਹਾਡਾ ਲਾਸਟ ਆਉਂਦਾ ਹੈ ਐਕਟਿਵ ਡਾਕੂਮੈਂਟ। ਐਕਟਿਵ ਡਾਕੂਮੈਂਟ ਦਾ ਫਰਕ ਕੀ ਹੈ, ਸਿਰਫ ਜਿਹੜਾ ਤੁਹਾਡਾ ਕੰਟੈਂਟ ਤਾਂ ਚੇਂਜ ਹੋ ਰਿਹਾ ਪਰ ਉਹ ਸਰਵਰ ਸਾਈਡ ਨਹੀਂ ਹੋ ਰਿਹਾ। ਪਹਿਲੇ ਕੇਸ 'ਚ ਕੀ ਸੀਗਾ ਕਿ ਸਰਵਰ ਸਕ੍ਰਿਪਟ ਰਨ ਕਰਦਾ ਸੀ, ਇਸ ਕੇਸ 'ਚ ਕੀ ਹੁੰਦਾ, ਕਲਾਇੰਟ ਨੇ ਰਿਕੁਐਸਟ ਭੇਜੀ, ਸਰਵਰ ਕੋਲ ਇੱਕ ਕੋਈ ਡਾਕੂਮੈਂਟ ਪਿਆ, ਉਹਦੇ ਕੋਲ ਹਮੇਸ਼ਾ ਇੱਕੋ ਡਾਕੂਮੈਂਟ ਹੈ, ਇਸ ਡਾਕੂਮੈਂਟ ਨੇ ਉਹਨੇ ਇੱਧਰ ਭੇਜ ਦੇਣਾ D1। ਹੁਣ ਕਲਾਇੰਟ ਇੱਥੇ ਆਪਣੀ ਲੋਕੇਸ਼ਨ 'ਤੇ ਜਿਹੜੀ ਵੀ ਉਹਨੇ ਸਕ੍ਰਿਪਟ ਰਨ ਕਰਕੇ ਜੋ ਵੀ ਉਹਦੀ ਆਊਟਪੁੱਟ ਚੇਂਜ ਕਰਨੀ, ਜੋ ਕੁਛ ਵੀ ਕਰਨਾ ਉਹ ਆਪਣੇ ਐਂਡ 'ਤੇ ਕਰੂਗਾ। ਸਰਵਰ ਕੋਲ ਹਮੇਸ਼ਾ ਇੱਕੋ ਹੀ ਕਾਪੀ ਰਹਿੰਦੀ, ਉਹ ਸਿਰਫ ਉਹੀ ਕਾਪੀ ਸਾਰਿਆਂ ਨੂੰ ਬਣਦਾ ਜਾਂਦਾ, ਹਰ ਕਲਾਇੰਟ ਨੂੰ ਕਹਿੰਦਾ ਵੀ ਤੂੰ ਜੋ ਚੇਂਜ ਕਰਨਾ ਕਰ ਲੈ। ਸੋ ਇਹਨੂੰ ਕਹਿੰਦੇ ਐਕਟਿਵ ਡਾਕੂਮੈਂਟ। ਵੈਨ ਅ ਬਰਾਊਜ਼ਰ ਰਿਕੁਐਸਟ ਐਨ ਐਕਟਿਵ ਡਾਕੂਮੈਂਟ, ਦ ਸਰਵਰ ਸੈਂਡਸ ਅ ਕਾਪੀ ਆਫ ਅ ਡਾਕੂਮੈਂਟ। ਸਰਵਰ ਇੱਕ ਡਾਕੂਮੈਂਟ ਸੈਂਡ ਕਰਦਾ ਜਾਂ ਸਕ੍ਰਿਪਟ ਜੋ ਵੀ ਹੈ ਉਹਦੇ ਕੋਲ, ਔਰ ਉਸ ਡਾਕੂਮੈਂਟ ਨੂੰ ਰਨ ਕਿੱਥੇ ਕੀਤਾ ਜਾਂਦਾ, ਮਤਲਬ ਰਨ ਇਸ ਪੋਜੀਸ਼ਨ 'ਤੇ ਹੋ ਰਿਹਾ ਕਲਾਇੰਟ 'ਤੇ। ਜਦੋਂ ਡਾਇਨਾਮਿਕ ਸੀਗਾ ਰਨ ਕਿੱਥੇ ਹੋ ਰਿਹਾ ਸੀ, ਸਰਵਰ। ਜਦੋਂ ਤੁਸੀਂ ਸਿੱਧਾ ਯਾਦ ਰੱਖੋ, ਜਦੋਂ ਤੁਹਾਡੀ ਸਕ੍ਰਿਪਟ ਰਨ ਹੁੰਦੀ ਹੈ ਸਰਵਰ ਸਾਈਡ, ਉਹਨੂੰ ਆਪਾਂ ਕਹਿੰਦੇ ਡਾਇਨਾਮਿਕ। ਜਦੋਂ ਤੁਹਾਡੀ ਸਕ੍ਰਿਪਟ ਰਨ ਹੁੰਦੀ ਹੈ ਕਲਾਇੰਟ ਸਾਈਡ, ਉਹਨੂੰ ਆਪਾਂ ਕਹਿੰਦੇ ਐਕਟਿਵ ਵੈਬ ਡਾਕੂਮੈਂਟ। ਠੀਕ ਹੈ, ਇਹਦੀ ਐਗਜ਼ਾਮਪਲ ਕੀ ਹੈ, ਤੁਹਾਡੇ ਐਪਲੇਟਸ, ਜਾਵਾ ਐਪਲੇਟਸ ਜਾਂ ਜਾਵਾ ਸਕ੍ਰਿਪਟ। ਠੀਕ ਹੈ, ਇਹਨੂੰ ਯੂਜ਼ ਕਰਕੇ ਤੁਸੀਂ ਐਕਟਿਵ ਡਾਕੂਮੈਂਟ ਜਿਹੜੇ ਹੈ ਬਣਾ ਸਕਦੇ ਹੋ। ਲਾਸਟ ਐਂਡ ਇੰਪੋਰਟੈਂਟ ਜਿਹੜਾ ਹੈ, ਇਹ ਕਈ ਵਾਰੀ ਕੁਐਸਚਨ ਆਉਂਦਾ ਐਗਜ਼ਾਮ 'ਚ URL ਦਾ, ਕਿ URL ਕੀ ਹੈ। ਪਹਿਲਾਂ ਤੁਹਾਨੂੰ URL ਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ, ਯੂਨੀਫਾਰਮ ਰਿਸੋਰਸ ਲੋਕੇਟਰ। ਠੀਕ ਹੈ, ਹੁਣ ਇਹ ਕੀ ਹੈ, URL ਮਤਲਬ ਇੱਕ ਕਿਸਮ ਦਾ ਸਿੰਪਲ ਲੈਂਗੁਏਜ ਦੇ ਵਿੱਚ ਐਡਰੈਸ ਹੈ। ਐਡਰੈਸ ਕਿਹਦਾ ਹੈ, ਕਿਸੇ ਸਰਵਰ ਦਾ। ਠੀਕ ਹੈ, ਜਾਂ ਕਿਸੇ ਲੋਕੇਸ਼ਨ ਦਾ। ਠੀਕ ਹੈ, ਜਾਂ ਸਰਵਰ ਦਾ, ਜਾਂ ਸਟੈਂਡਰਡ ਲੈਂਗੁਏਜ ਆਪਾਂ ਬੋਲਦੇ ਨੇ ਰਿਸੋਰਸ ਦਾ, ਜਿਹਦੇ ਕੋਲ ਤੁਸੀਂ ਸਰਵਿਸਿਜ਼ ਲੈਣਾ ਚਾਹੁੰਦੇ ਹੋ। ਠੀਕ ਹੈ, ਹੁਣ ਆਹ ਰਿਸੋਰਸ ਕਿੱਥੇ ਪਿਆ ਹੋਊਗਾ, www 'ਤੇ। ਠੀਕ ਹੈ, ਮਤਲਬ ਤੁਸੀਂ URL ਦਾ ਯੂਜ਼ ਕਰਕੇ URL ਯਾਨੀ ਕਿ ਕਿਸੇ ਐਡਰੈਸ ਦਾ ਯੂਜ਼ ਕਰਕੇ ਕਿਸੇ ਰਿਸੋਰਸ ਤੱਕ ਪਹੁੰਚ ਸਕਦੇ ਹੋ। ਰਿਸੋਰਸ ਕਿੱਥੇ ਅਵੇਲੇਬਲ ਹੋਊਗੀ, ਹਮੇਸ਼ਾ ਤੁਹਾਡੇ www 'ਤੇ। ਠੀਕ ਹੈ, ਹੁਣ URL ਦੇ ਪਾਰਟਸ ਹੁੰਦੇ ਆ। ਸਭ ਤੋਂ ਪਹਿਲਾ ਪਾਰਟ ਹੁੰਦਾ ਪ੍ਰੋਟੋਕੋਲ, ਦੈਨ ਕੋਲਨ, ਦੈਨ ਫਾਰਵਰਡ/, ਦੈਨ ਹੋਸਟ, ਉਸ ਤੋਂ ਬਾਅਦ ਕੋਲਨ, ਦੈਨ ਪੋਰਟ ਨੰਬਰ, ਦੈਨ ਪਾਥ। ਠੀਕ ਹੈ, ਹੁਣ ਪ੍ਰੋਟੋਕੋਲ ਜਿਹੜਾ ਹੁੰਦਾ ਉਹ ਤੁਹਾਡਾ HTTP ਫੋਰ ਐਗਜ਼ਾਮਪਲ। ਠੀਕ ਹੈ, ਉਸ ਤੋਂ ਬਾਅਦ ਹੁਣ ਆਪਾਂ PHP ਦੀ ਐਗਜ਼ਾਮਪਲ ਲੈ ਲੈਂਦੇ। PHP ਤੁਸੀਂ ਪ੍ਰੋਗਰਾਮ ਬਣਾ ਰਹੇ ਹੋਣੇ, ਉਹ 'ਚ ਇੱਕ ਲੋਕਲ ਹੋਸਟ ਵਰਡ ਤੁਸੀਂ ਯੂਜ਼ ਕਰਦੇ ਹੋ, ਲੋਕਲ ਹੋਸਟ। ਦੈਨ 8080 ਮੈਨੂੰ ਜਿਸ ਤੱਕ ਯਾਦ ਆ ਤੁਸੀਂ 8080 ਨਾਮ ਦੇ ਪੋਰਟ ਯੂਜ਼ ਕਰਦੇ ਹੋ। ਉਸ ਤੋਂ ਬਾਅਦ ਤੁਸੀਂ ਪਾਥ ਦਿੰਦੇ ਹੋ ਜੋ ਤੁਸੀਂ ਫਾਈਲ ਬਣਾਈ ਹੁੰਦੀ abc.php। ਠੀਕ ਹੈ, ਹੁਣ ਇਹਦਾ ਮਤਲਬ ਕੀ ਹੈ, ਇਹਨਾਂ ਰੂਲਸ ਨੂੰ ਫੋਲੋ ਕਰਦੇ ਹੋਏ ਇਸ ਡੋਮੇਨ ਤੱਕ ਪਹੁੰਚੋ, ਇਸ ਕੰਪਿਊਟਰ ਤੱਕ ਪਹੁੰਚੋ, ਲੋਕਲ ਹੋਸਟ ਤੱਕ ਪਹੁੰਚੋ। ਇਸ ਕੰਪਿਊਟਰ ਦੀ ਇਸ ਪੋਰਟ ਨੰਬਰ 'ਤੇ ਆਪਾਂ ਗੱਲ ਕਰਨਾ ਚਾਹੁੰਦੇ ਹਾਂ, ਔਰ ਇਸ ਵਾਲੀ ਫਾਈਲ ਨੂੰ ਆਪਾਂ ਅਸੈਸ ਕਰਨਾ ਚਾਹੁੰਦੇ ਹਾਂ। ਠੀਕ ਹੈ, ਜਿਹਦਾ ਤੁਹਾਡਾ HTTP www.facebook.com, ਇਹਨਾਂ ਦੀ ਪੋਰਟ ਨੰਬਰ ਜਿਹੜੀ ਹੁੰਦੀ ਉਹ ਨਹੀਂ ਸ਼ੋ ਹੁੰਦੀਆਂ। ਜਿੱਦਾਂ ਮੰਨ ਲਓ ਆਪਾਂ ਕਾਲਜ ਦਾ ਲੈ ਲੈਣਾ GGDSD ਹਰਿਆਣਾ। ਠੀਕ ਹੈ, ਸੋ HTTP ਪ੍ਰੋਟੋਕੋਲ ਨੂੰ ਫੋਲੋ ਕਰਦੇ ਹੋਏ ਆਪਾਂ www.facebook.com ਨਾਮ ਦੇ ਕੰਪਿਊਟਰ ਨੂੰ ਲੱਭਣਾ ਚਾਹੁੰਦੇ ਹਾਂ। www ਦੇ ਉੱਤੇ facebook.com ਨਾਮ ਦੇ ਕੰਪਿਊਟਰ ਨੂੰ ਲੱਭਣਾ ਚਾਹੁੰਦੇ ਹਾਂ। ਜੋ facebook.com ਹੈ ਬੈਕ ਐਂਡ 'ਤੇ ਇਹ ਕੁਛ IP ਐਡਰੈਸ ਹੋਊਗਾ, ਸਮਥਿੰਗ ਐਗਜ਼ੈਕਟ ਮੈਨੂੰ ਨਹੀਂ ਪਤਾ, ਕੋਈ ਵੀ ਵੈਲਿਊ ਹੋ ਸਕਦੀ ਹੈ। ਠੀਕ ਹੈ,
ਬੈਕਐਂਡ ਤੇ ਐਕਚੁਅਲ 'ਚ ਇਹੀ ਹੁੰਦੀ ਹੈ, ਇਸ ਚੀਜ਼ ਨੂੰ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਕਿਉਂਕਿ ਯੂਨੀਕ ਐਡਰੈਸ ਹੈ। ਉਸ ਤੋਂ ਬਾਅਦ ਤੁਸੀਂ ਜਦੋਂ ਉਸ ਕੰਪਿਊਟਰ ਤੇ ਪਹੁੰਚ ਗਏ, ਉਹਦੀ ਇਸ ਪੋਰਟ ਨੰਬਰ ਇਹਨਾਂ 'ਚ ਮੈਂਸ਼ਨ ਨਹੀਂ ਕੀਤੀ ਗਈ ਹੁੰਦੀ, ਉਸ ਪੋਰਟ ਨੰਬਰ ਤੇ ਤੁਸੀਂ ਜਾਣਾ ਹੈ ਔਰ ਉਸ ਪੋਰਟ ਨੰਬਰ ਦੇ ਥਰੂ ਤੁਸੀਂ ਇਸ ਫਾਈਲ ਨੂੰ ਅਸੈਸ ਕਰਨਾ। ਠੀਕ ਹੈ, ਆਪਾਂ ਹੋਰ ਐਗਜ਼ਾਮਪਲ ਇੱਕ ਲੈ ਲੈਂਦੇ ਹਾਂ। ਤੁਸੀਂ ਪਾਸਪੋਰਟ ਦੇ ਕੁਝ ਰੂਲਸ ਫੋਲੋ ਕਰਕੇ ਤੁਸੀਂ ਇੰਗਲੈਂਡ ਚਲੇ ਗਏ ਜਾਂ ਤਾਂ ਸਾਡੇ ਬੰਦੇ ਕੈਨੇਡਾ ਹੀ ਜਾਂਦੇ, ਕੈਨੇਡਾ ਚਲੇ ਗਏ। ਠੀਕ ਹੈ, ਕੈਨੇਡਾ ਦੇ ਵਿੱਚ ਜਾ ਕੇ ਤੁਸੀਂ ਫਰਦਰ ਤੁਹਾਡਾ ਐਡਰੈਸ ਸਿੱਧੇ ਹੁੰਦਾ ਨਾ, ਕੈਨੇਡਾ ਦੇ ਵਿੱਚ ਜਾ ਕੇ ਕੋਈ ਉਹਦੀ ਪ੍ਰੋਵਿੰਸ ਹੋਏਗੀ, ਕੋਈ ਜਗ੍ਹਾ ਦਾ ਨਾਮ ਹੋਊਗਾ। ਠੀਕ ਹੈ, ਟੋਰਾਂਟੋ ਵਗੈਰਾ ਜੋ ਹੈ, ਟੋਰਾਂਟੋ ਦੇ ਅੱਗੇ ਤੁਸੀਂ ਦੱਸੋਗੇ ਕਿ ਫਲਾਣੇ ਜੋ ਵੀ ਉੱਥੇ ਹੁੰਦੇ ਹੋਣਗੇ ਮੁਹੱਲੇ ਜਾਂ ਜੋ ਵੀ ਤੁਹਾਡੀ ਗਲੀ ਹੁੰਦੀ ਆ, ਉੱਥੇ ਤੁਸੀਂ ਜਾਣਾ ਚਾਹੁੰਦੇ ਹੋ। ਐਡਰੈਸ ਹਮੇਸ਼ਾ ਇੱਦਾਂ ਹੀ ਦੱਸਿਆ ਜਾਂਦਾ। ਠੀਕ ਹੈ, ਉਸੇ ਤਰ੍ਹਾਂ ਕੰਪਿਊਟਰ 'ਚ ਹੈ, ਹਰੇਕ ਦਾ ਅਲੱਗ ਅਲੱਗ ਮਤਲਬ ਹੈ। ਪ੍ਰੋਟੋਕੋਲ ਕੀ ਕਰਦਾ ਹੈ, ਕੁਝ ਰੂਲਸ ਡਿਫਾਈਨ ਕਰਦਾ ਹੈ ਜਿਨ੍ਹਾਂ ਨੂੰ ਆਪਾਂ ਫੋਲੋ ਕਰਨਾ ਹੁੰਦਾ। ਇਹਦਾ ਮਤਲਬ ਤੁਸੀਂ ਇਸ ਕੰਪਿਊਟਰ ਨੂੰ ਜਿਹਨੂੰ ਆਪਾਂ DNS, ਇਹਨੂੰ DNS ਵੀ ਕਹਿੰਦੇ, ਡੋਮੇਨ ਵੀ ਕਹਿੰਦੇ। ਹੁਣ ਜਿਹੜਾ facebook.com ਹੈ ਇਹਨੂੰ ਕਈ ਕੁਝ ਕਹਿਣਗੇ, ਸਰਵਰ ਵੀ ਕਹਿ ਦਿੰਦੇ ਆ, DNS ਵੀ ਕਹਿ ਦਿੰਦੇ ਆ। ਠੀਕ ਹੈ, ਰਿਸੋਰਸ ਵੀ ਕਹਿ ਦਿੰਦੇ ਆ। ਇਹ ਸਾਰੇ ਇੰਟਰਲੇਟਡ ਵਰਡ ਹੈ, ਕਨਫਿਊਜ਼ ਨਹੀਂ ਕਦੀ ਹੋਣਾ। ਜਦੋਂ DNS ਹੁੰਦਾ ਤਾਂ DNS ਹੁੰਦਾ ਡੋਮੇਨ ਨੇਮ ਸਿਸਟਮ ਹੁੰਦਾ, ਡੋਮੇਨ ਵੀ ਕਹਿ ਦਿੰਦੇ, ਸੌਰੀ ਡੋਮੇਨ ਵੀ ਕਹਿ ਦਿੰਦੇ ਕਈ ਵਾਰੀ। ਠੀਕ ਹੈ, ਡੋਮੇਨ ਨੇਮ ਸਿਸਟਮ। ਡੋਮੇਨ ਨੇਮ ਸਿਸਟਮ ਦਾ ਮਤਲਬ ਕੀ ਹੈ, ਤੁਸੀਂ ਜੋ ਮਰਜ਼ੀ ਲਿਖੀ ਜਾਓ, www.facebook.com, google.co, ਠੀਕ ਹੈ, Amazon, Flipkart, ਜੋ ਲਿਖਣਾ ਲਿਖ ਲਓ। ਤੁਹਾਨੂੰ ਇਹ ਨਾਮ ਯਾਦ ਕਰਨੇ ਸੌਖੇ ਆ, ਪਰ ਕੰਪਿਊਟਰ ਕੀ ਸਮਝਦਾ ਹਮੇਸ਼ਾ IP ਐਡਰੈਸ ਸਮਥਿੰਗ 196. ਜਾਂ 198.1.1, ਠੀਕ ਹੈ, 160.1.1, ਕੁਛ ਵੀ। ਇਹ ਹਮੇਸ਼ਾ ਮੈਥਮੈਟੀਕਲ ਨੰਬਰਸ ਬੈਕਐਂਡ 'ਤੇ ਹੁੰਦੇ ਆ। ਠੀਕ ਹੈ, ਤੁਹਾਨੂੰ ਇਹ ਅਗਰ ਨੰਬਰ ਦਿੱਤੇ ਜਾਣ ਤੁਹਾਨੂੰ ਇਹ ਕਦੀ ਯਾਦ ਨਹੀਂ ਹੋਣੇ, ਇਸ ਕਰਕੇ ਸਟੈਂਡਰਡ ਸਿਸਟਮ ਬਣਾਇਆ ਗਿਆ ਹੁੰਦਾ ਵੀ ਤੁਸੀਂ ਡੋਮੇਨ ਨੇਮ ਜਿਹੜੇ ਆ ਨੋਰਮਲ ਨਾਮ ਰੱਖਣੇ ਆ, ਉਹਨਾਂ ਨੂੰ ਨਿਊਮੈਰਿਕ 'ਚ ਕਨਵਰਟ ਕਰਨਾ ਔਰ ਨਿਊਮੈਰਿਕ ਤੋਂ ਦੁਬਾਰਾ ਉਹਨਾਂ 'ਚ ਕਨਵਰਟ ਕਰਨਾ, ਇਹ ਸਾਰੀ ਜ਼ਿੰਮੇਵਾਰੀ ਕਿਹਦੀ ਹੁੰਦੀ, ਡੋਮੇਨ ਨੇਮ ਸਿਸਟਮ ਦੀ। ਠੀਕ ਹੈ, ਸੋ ਸਭ ਤੋਂ ਪਹਿਲਾਂ ਤੁਸੀਂ ਸੈੱਟ ਆਫ ਰੂਲਸ ਫੋਲੋ ਕਰਦੇ ਹੋ, ਫਿਰ ਤੁਸੀਂ ਇਸ ਡੋਮੇਨ ਜਾਂ ਰਿਸੋਰਸ ਜਾਂ ਸਰਵਰ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹਦੀ ਉਸ ਪੋਰਟ ਦੇ ਉੱਤੇ ਜਾਂਦੇ ਹੋ। ਠੀਕ ਹੈ, ਪੋਰਟ ਨੰਬਰ ਜਿਹੜੀ ਹੁੰਦੀ ਹੈ ਇਹ ਆਪਸ਼ਨਲ ਹੁੰਦੀ ਹੈ ਨੋਰਮਲੀ। ਠੀਕ ਹੈ, ਮਤਲਬ ਇਹ ਆਪਸ਼ਨਲ ਹੈ, ਪੋਰਟ ਨੰਬਰ ਜਿਹੜੀ ਆਪਸ਼ਨਲ ਹੈ। ਠੀਕ ਹੈ, ਪੋਰਟ ਨੰਬਰ ਤੁਹਾਡੀ ਆਪਸ਼ਨਲ ਹੁੰਦੀ ਹੈ। ਉਸ ਤੋਂ ਤੁਸੀਂ ਪਾਥ ਦੱਸਣਾ ਹੁੰਦਾ, ਕਿਹੜੀ ਫਾਈਲ, ਪਾਥ ਮਤਲਬ ਕਿਹੜੀ ਫਾਈਲ ਨੂੰ ਤੁਸੀਂ ਅਸੈਸ ਕਰਨਾ ਚਾਹੁੰਦੇ ਹੋ।